ਸਤਿਕਾਰਯੋਗ ਸਾਧ ਸੰਗਤ ਜੀ, ਕਈ ਦਿਨਾਂ ਤੋਂ ਮੈਂ ਆਪ ਜੀ ਨੂੰ ਕੁਝ ਬੇਨਤੀਆਂ ਕਰ ਰਿਹਾ ਤੇ ਕਈਆਂ ਨੂੰ ਮੇਰੀਆਂ ਕੀਤੀਆਂ ਬੇਨਤੀਆਂ ਚੰਗੀਆਂ ਲੱਗਦੀਆਂ ਨੇ, ਕਈਆਂ ਨੂੰ ਨਹੀਂ ਚੰਗੀਆਂ ਲੱਗਦੀਆਂ। ਆਪੋ ਆਪਣਾ ਸੁਭਾਅ ਹੈ ਨਾ, ਕਿਸੇ ਨੂੰ ਪਕੌੜੇ ਚੰਗੇ ਲੱਗਦੇ ਨੇ, ਕਿਸੇ ਨੂੰ ਜਲੇਬੀਆਂ ਚੰਗੀਆਂ ਲੱਗਦੀਆਂ। ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਕਿ ਧਰਮ ਦਾ ਅਰਥ ਹੈ ਕਿ ਧਰਮ ਧਾਰਨ ਕਰਕੇ ਅਸੀਂ ਸੁਖੀ ਹੋ ਜਾਈਏ। ਧਰਮੀ ਬਣਨ ਦਾ ਲਾਭ ਹੀ ਤਾਂ ਹੈ, ਜੇ ਧਰਮੀ ਬਣ ਕੇ ਅਸੀਂ ਦੁਖੀ ਹੋਈਏ ਤਾਂ ਅਸੀਂ ਧਰਮੀ ਬਣੇ ਹੀ ਨਹੀਂ। ਤੇ ਧਰਮ ਧਾਰਨ ਦਾ ਫਾਇਦਾ ਕੀ ਹੋਇਆ? ਤੇ ਧਰਮ ਕਿਵੇਂ ਧਾਰਨ ਕਰਾਂਗੇ? ਜੇ ਗੁਰੂ ਦੀ ਸ਼ਰਨ ਜਾਵਾਂਗੇ। ਤੇ ਗੁਰੂ ਦੀ ਸ਼ਰਨ ਗਿਆ ਦਾ ਸਾਨੂੰ ਬਹੁਤ ਸਪਸ਼ਟ ਲਿਖਿਆ ਹੋਇਆ ਗੁਰੂ ਜੀ ਨੇ ਕਿ ਕਾਲ ਕਲੇਸ਼ ਮਿਟਾਏ ਸਤਿਗੁਰ। ਸਤਿਗੁਰੂ ਕਲੇਸ਼ ਮਿਟਾ ਦਿੰਦਾ। ਤੇ ਸਾਡੇ ਘਰਾਂ ਚੋਂ ਜੇ ਕਲੇਸ਼ ਨਹੀਂ ਮਿਟਦਾ ਤੇ ਫਿਰ ਅਸੀਂ ਇਹਦਾ ਮਤਲਬ ਗੁਰੂ ਦੇ ਚਰਨੀ ਤੇ ਲੱਗੇ ਨਹੀਂ ਨਾ। ਪਰ ਗੁਰੂ ਪੂਰਾ ਹੋਣਾ ਚਾਹੀਦਾ, ਜਿਹੜਾ ਤੁਹਾਨੂੰ ਇਹ ਜਾਂਚ ਦੱਸੇ ਕਿ ਤੁਸੀਂ ਸੁਖੀ ਕਿਵੇਂ ਹੋਣਾ। ਇਸ ਕਰਕੇ ਕਾਚੇ ਗੁਰ ਤੇ ਮੁਕਤ ਨਾ ਹੋਈ। ਕੱਚਾ ਗੁਰੂ ਨਹੀਂ ਜਿਹੜਾ ਆਪਣੇ ਲਾਭ ਵਾਸਤੇ ਤੁਹਾਨੂੰ ਪੁੱਠੇ ਰਾਹ ਤੋਰ ਦੇਵੇ। ਮੈਂ ਸੱਚੇ ਗੁਰੂ ਦੀ ਗੱਲ ਕਰ ਰਿਹਾ ਤੇ ਮੈਂ ਉਸ ਗੁਰੂ ਦੀ ਦੱਸੀ ਹੋਈ ਸਿੱਖਿਆ ਆਪ ਜੀ ਨੂੰ ਬੇਨਤੀ ਕਰ ਰਿਹਾ। ਮੇਰੀ ਕੋਈ ਗੱਲ ਨਹੀਂ ਗੀ ਹਾਓ ਆਪਾ ਬੋਲਣਾ ਜਾਣਦਾ। ਮੈਂ ਤੇ ਆਪਣੇ ਸਤਿਗੁਰੂ ਜੀ ਦੇ ਕੀਤੇ ਬਚਨ ਗੁਰੂ ਬਾਣੀ ਦੇ ਵਿੱਚ ਉਹਨਾਂ ਦੀ ਵਿਆਖਿਆ ਅਨੁਸਾਰ ਆਪ ਜੀ ਨੂੰ ਅੱਜ ਦੇ ਯੁੱਗ ਦੇ ਅਨੁਸਾਰ ਬੇਨਤੀ ਕਰ ਰਿਹਾ ਕਿ ਸਾਧ ਸੰਗਤ ਜੀ ਇਸ ਤਰ੍ਹਾਂ ਜੀਵਨ ਸਾਡਾ ਸੁਖੀ ਚੱਲ ਸਕਦਾ। ਸੋ ਕਲੇਸ਼ ਮਿਟਾਉਣ ਵਾਸਤੇ ਕਈ ਬੇਨਤੀਆਂ ਆਪ ਜੀ ਨੂੰ ਪਹਿਲੋਂ ਕੀਤੀਆਂ ਸਨ। ਕੁਝ ਆਪ ਜੀ ਨੂੰ ਪ੍ਰਮਾਣ ਵੀ ਦਿੱਤੇ ਸੀ ਕਿ ਕਲੇਸ਼ ਹੁੰਦੇ ਕਿਉਂ ਨੇ। ਸਾਧ ਸੰਗਤ ਜੀ, ਕਲੇਸ਼ ਮਿਟਾਉਣ ਵਾਸਤੇ, ਆਪਣਾ ਪਰਿਵਾਰਕ ਜੀਵਨ ਸੁਖੀ ਕਰਨ ਵਾਸਤੇ ਆਪਾਂ ਨੂੰ ਆਪਣੇ ਸੁਭਾਅ, ਆਪਣੀਆਂ ਆਦਤਾਂ ਬਦਲਣ ਦੀ ਲੋੜ। ਕੁਝ ਗੱਲਾਂ ਮਨੁੱਖ ਦੇ ਸੁਭਾਅ ਵਿੱਚ ਮੁੱਢਲੀਆਂ ਨੇ ਕਿ ਜਿਹੜੀਆਂ ਹੈਗੀਆਂ ਹੀ ਨੇ ਉਹ ਰਹਿਣੀਆਂ ਨੇ, ਪੂਰਨ ਰੂਪ 'ਚ ਤੇ ਜਾਂਦੀਆਂ ਨਹੀਂ ਹੈਗੀਆਂ, ਪਰ ਆਪਾਂ ਉਹਨਾਂ ਨੂੰ ਵਧਾ ਘਟਾ ਸਕਦੇ ਹਾਂ। ਜਿਵੇਂ ਹਰ ਮਨੁੱਖ ਦਾ ਇਹ ਸੁਭਾਅ ਹੈ ਕਿ ਮੈਂ ਠੀਕ ਹਾਂ, ਮੈਂ ਸਭ ਤੋਂ ਸਿਆਣਾ, ਤੂੰ ਗਲਤ ਹੈ, ਬਾਕੀ ਸਭ ਗਲਤ ਨੇ। ਇੱਥੋਂ ਤੱਕ ਕਿ ਜਿਨ੍ਹਾਂ ਨੂੰ ਸੰਗਲ ਲੱਗੇ ਹੁੰਦੇ ਨੇ, ਜਿਨ੍ਹਾਂ ਦਾ ਵਿਚਾਰਿਆਂ ਦਾ ਦਿਮਾਗ ਖਰਾਬ ਹੋ ਗਿਆ ਹੁੰਦਾ, ਜਦੋਂ ਡਾਕਟਰ ਉਹਨਾਂ ਨੂੰ ਜਾ ਕੇ ਟੂਟੀ ਲਾਉਂਦਾ ਨਾ, ਉਹ ਡਾਕਟਰ ਨੂੰ ਅੱਗੋਂ ਫੜ ਕੇ ਟੂਟੀ ਲਾਉਂਦੇ ਨੇ। ਉਹ ਡਾਕਟਰ ਨੂੰ ਆਉਂਦੇ ਨੇ ਤੂੰ ਬਿਮਾਰ ਹੈ, ਮੈਂ ਤੇਰਾ ਇਲਾਜ ਕਰਾਂਗਾ। ਸੋ ਇਹ ਤਾਂ ਮਨੁੱਖੀ ਸੁਭਾਅ ਹੈ। ਪਰ ਇਸ ਚੀਜ਼ ਨੂੰ ਜੇ ਆਪਾਂ ਸੰਭਾਲ ਕੇ ਕੁਝ ਘਟਾ ਲਈਏ ਕਿ ਕਿਤੇ ਕਿਤੇ ਤੇ ਇਸ ਚੀਜ਼ ਦੀ ਵੀ ਲੋੜ ਹੈ ਕਿ ਮੈਂ ਸਿਆਣਾ, ਬਾਕੀ ਦੇ ਨਹੀਂ ਸਿਆਣੇ, ਤੇ ਮੈਂ ਦੱਸਣਾ ਦੂਸਰਿਆਂ ਨੂੰ, ਫਿਰ ਤਾਂ ਗੱਲ ਜਿਹੜੀ ਹੈ ਉਹ ਠੀਕ ਪਾਸੇ ਨੂੰ ਚੱਲ ਪੈਂਦੀ ਹੈ। ਫਿਰ ਜੀਵਨ ਸੁਖੀ ਹੋ ਜਾਂਦਾ। ਜਦੋਂ ਹਰ ਵੇਲੇ ਹੀ ਆਪਾਂ ਇਹ ਸਮਝ ਲਈਏ ਕਿ ਮੈਂ ਹੀ ਸਿਆਣਾ ਤੇ ਦੂਜੇ ਨੂੰ ਕੋਈ ਪਤਾ ਹੀ ਨਹੀਂ, ਤੇ ਅੱਗੋਂ ਹੁਣ ਦੂਜੇ ਦਾ ਵੀ ਤੇ ਮੇਰੇ ਭਰਾ ਭੈਣ, ਪਤੀ ਪਤਨੀ, ਮਾਤਾ ਪਿਤਾ, ਬੱਚੇ, ਉਹਨਾਂ ਦਾ ਸੁਭਾਅ ਵੀ ਤੇ ਮੇਰੇ ਵਰਗਾ ਹੀ ਹੈ ਨਾ, ਕਿਉਂਕਿ ਉਹ ਵੀ ਮਨੁੱਖ ਨੇ। ਉਹ ਆਉਂਦੇ ਨੇ ਕਿ ਤੂੰ ਬਹੁਤਾ ਸਿਆਣਾ, ਮੈਂ ਵੀ ਸਿਆਣਾ। ਉਹ ਜਦੋਂ ਦੋ ਸਿਆਣੇ ਰਲਦੇ ਨੇ ਤੇ ਦੋ ਸਿਆਣਪਾਂ ਟਕਰਾ ਜਾਂਦੀਆਂ ਨੇ। ਜਿਵੇਂ ਤੁਸੀਂ ਰਮਾਇਣ ਦੇ ਵਿੱਚ ਵੇਖਿਆ ਹੋਣਾ ਨਾ, ਜਦੋਂ ਵਧੀਆ ਵਧੀਆ ਸ਼ਸਤਰ, ਜਦੋਂ ਵਧੀਆ ਵਧੀਆ ਅਸਤਰ ਇੱਧਰੋਂ ਭਗਵਾਨ ਰਾਮਚੰਦਰ ਜੀ ਵੱਲੋਂ, ਉੱਧਰੋਂ ਰਾਵਣ ਜਾਂ ਉਹਦੇ ਪਰਿਵਾਰ ਵੱਲੋਂ ਚੱਲਦੇ ਸੀ, ਤੇ ਫਿਰ ਉਹ ਕਿਵੇਂ ਟਕਰਾਉਂਦੇ ਸੀ ਤੇ ਚੰਗਿਆੜੇ ਨਿਕਲਦੇ ਸੀ ਤੇ ਅੱਗ ਬਲਦੀ ਸੀ। ਫਿਰ ਸਾਡੇ ਪਰਿਵਾਰਾਂ 'ਚ ਵੀ ਇਸ ਤਰ੍ਹਾਂ ਹੀ ਹੁੰਦਾ, ਜਦੋਂ ਦੋ ਸਿਆਣੇ ਟਕਰਾਉਂਦੇ ਨੇ ਨਾ, ਫਿਰ ਉਹ ਇਸੇ ਤਰ੍ਹਾਂ ਦਾ ਕੁਛ ਹੀ ਹੁੰਦਾ। ਉੱਥੇ ਚੰਗਿਆੜੇ ਨਿਕਲਦੇ ਨੇ ਤੇ ਅੱਗਾਂ ਲੱਗਦੀਆਂ ਨੇ, ਤੇ ਫਿਰ ਪਰਿਵਾਰ ਉੱਜੜ ਜਾਂਦੇ ਨੇ, ਸੜ ਜਾਂਦੇ ਨੇ ਅੱਗ ਲੱਗ ਕੇ। ਇਸ ਤਰ੍ਹਾਂ ਕੁਛ ਹੁੰਦਾ ਹੈ। ਸੋ ਸਾਧ ਸੰਗਤ ਜੀ, ਆਪਾਂ ਇਸ ਸੁਭਾਅ ਨੂੰ ਘਟਾਈਏ ਕਿ ਮੈਨੂੰ ਬਹੁਤ ਕੁਛ ਆਉਂਦਾ, ਮੈਂ ਸਿਆਣਾ ਤੇ ਮੈਂ ਦੂਜਿਆਂ ਨੂੰ ਦੱਸਣਾ। ਘੱਟ ਤੋਂ ਘੱਟ ਕਰੀਏ। ਇਹ ਦੱਸਣ ਦਾ ਤੇ ਆਪਣੀ ਸੁਭਾਅ ਦਾ
ਆਪਣੇ ਸੁਭਾਅ ਅਨੁਸਾਰ ਆਪਣੀ ਗੱਲ ਦੂਜੇ ਨੂੰ ਦੱਸਣ ਦਾ, ਆਪਣੀ ਸਿਆਣਪ ਜਤਾਉਣ ਦਾ, ਆਪਣੀ ਸਿਆਣਪ ਦੂਜੇ ਉੱਤੇ ਥੋਪਣ ਦਾ, ਇਹ ਸੁਭਾਅ ਲੜਾਈ ਦਾ ਇੱਕ ਬੜਾ ਵੱਡਾ ਕਾਰਨ ਹੈ। ਇਹ ਵੈਸੇ ਮਨੁੱਖੀ ਸੁਭਾਅ ਹੈ, ਸਭ ਦੇ ਵਿੱਚ ਹੈਗਾ। ਤੁਸੀਂ ਮੇਰੀ ਗੱਲ ਜੇ ਨਹੀਂ ਮੰਨਣ 'ਚ ਅੰਦਰ ਆਉਂਦੀ ਨਾ, ਤੇ ਤੁਸੀਂ ਧਿਆਨ ਨਾਲ ਵੇਖਿਓ, ਜਦੋਂ ਆਪਾਂ ਕਾਰ 'ਚ ਬੈਠੇ ਹੋਈਏ ਨਾ, ਤੇ ਡਰਾਈਵਰ ਗੱਡੀ ਬੈਕ ਕਰਦਾ ਹੋਵੇ, ਤੇ ਜਿੰਨੇ 4-5 ਹੁੰਦੇ ਨੇ ਨਾ, ਸਾਰੇ ਹੀ ਪਿਛਾਂਹ ਨੂੰ ਵੇਖ ਕੇ ਸਾਰੇ ਹੀ ਉਹਨੂੰ ਦੱਸਦੇ ਨੇ, ਥੋੜੀ ਜਿਹੀ ਇੱਧਰ ਕਰ ਲੈ, ਥੋੜੀ ਜਿਹੀ ਇੱਧਰ ਕਰ ਲੈ, ਥੋੜੀ ਜਿਹੀ ਇੱਧਰ ਕਰ ਲੈ, ਥੋੜੀ ਇੱਧਰ ਕਰ ਲੈ। ਉਹ ਵਿਚਾਰਾ, ਉਹ ਜਿਹੜਾ ਵਹਿੰਦਾ ਪਿਆ, ਜਿਹੜਾ ਮੋੜਦਾ ਪਿਆ, ਉਹਨੂੰ ਵੀ ਪਤਾ ਹੁੰਦਾ, ਪਰ ਅਸੀਂ ਦੱਸਣੋਂ ਨਹੀਂ ਰਹਿ ਸਕਦੇ। ਇਸੇ ਤਰ੍ਹਾਂ ਹੋਰ ਬਹੁਤ ਕੰਮਾਂ 'ਚ ਆਪਾਂ ਇਹੋ ਜਿਹਾ ਕੁਛ ਹੀ ਕਰਦੇ ਹਾਂ। ਇਸ ਕਰਕੇ ਆਪਣਾ ਪਰਿਵਾਰਕ ਜੀਵਨ ਸੁਖੀ ਕਰਨ ਵਾਸਤੇ ਆਪਾਂ ਕਿਸੇ ਦੀ ਨੋਕਾ ਟੋਕੀ ਕਰਨੀ ਤੇ ਆਪਣੀ ਸਿਆਣਪ ਜਤਾ ਕੇ ਇਹ ਕਰਨਾ, ਦੂਸਰੇ ਨੂੰ ਦੱਸਣਾ ਕਿ ਤੂੰ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰ, ਉਸ ਚੀਜ਼ ਤੋਂ ਸੰਕੋਚ ਕਰੋ। ਬਿਲਕੁਲ ਬੰਦ ਭਾਵੇਂ ਨਾ ਕਰੋ, ਕਿਤੇ 5-7%, ਕਿਤੇ 10 ਲਿਆ, ਜਿੰਨੀ ਕੁ ਗੱਲ ਅਗਲਾ ਸੁਣਨੀ ਚਾਹੁੰਦਾ। ਜੇ ਇਹ ਆਪਾਂ ਸੰਕੋਚ ਕਰਾਂਗੇ ਤਾਂ ਇਹਦੇ ਨਾਲ ਵੀ ਸਾਡਾ ਪਰਿਵਾਰਕ ਜੀਵਨ ਬਹੁਤ ਸੁਖੀ ਹੋ ਜਾਵੇਗਾ। ਕਰਕੇ ਵੇਖੋ। ਸੋ ਇੱਕ ਮੁੱਢਲੀ ਗੱਲ ਸਾਨੂੰ ਧਿਆਨ 'ਚ ਕਰਨ ਦੀ ਲੋੜ ਹੈ ਕਿ ਮਨੁੱਖੀ ਸੁਭਾਅ ਕੀ ਹੈ। ਜੇ ਅਸੀਂ ਮਨੁੱਖੀ ਸੁਭਾਅ ਨੂੰ ਸਮਝ ਲਈਏ, ਮਨੁੱਖੀ ਸੁਭਾਅ ਨੂੰ ਸਮਝ ਕੇ ਉਹਦੇ ਅਨੁਸਾਰ ਅਸੀਂ ਕਾਰਜ ਕਰੀਏ, ਤਾਂ ਸਾਡਾ ਆਪਣਾ ਵੀ ਤੇ ਪਰਿਵਾਰ ਦਾ ਵੀ, ਸਾਡੇ ਸਗੇ ਸੰਬੰਧੀ, ਰਿਸ਼ਤੇਦਾਰ, ਮਿੱਤਰ, ਸਭ ਦਾ ਜੀਵਨ ਸੁਖੀ ਹੋ ਸਕਦਾ, ਸੁਖੀ ਚੱਲ ਸਕਦੇ ਹਾਂ। ਆਪਾਂ ਸਮਝਦੇ ਨਹੀਂ, ਆਪਾਂ ਆਪਣੀ ਇੱਛਾ ਉਹਨੂੰ ਦੂਸਰੇ ਤੇ ਠੋਸਣ ਦਾ ਯਤਨ ਕਰਦੇ, ਦੂਸਰੇ ਦਾ ਸੁਭਾਅ ਨਹੀਂ ਜਾਣਨ ਦੀ ਕੋਸ਼ਿਸ਼ ਕਰਦੇ। ਸਭ ਦਾ ਇੱਕੋ ਹੀ ਹਾਲ ਹੈ। ਇੱਥੋਂ ਤੱਕ ਕਿ ਇੱਕ ਛੋਟਾ ਜਿਹਾ ਬੱਚਾ ਜਿਹਨੂੰ ਕੋਈ ਪਤਾ ਨਹੀਂ ਕਿ ਅੱਗ ਕੀ ਚੀਜ਼ ਹੈ, ਉਹ ਅੱਗ ਦੇ ਵਿੱਚ ਹੱਥ ਪਾਉਣ ਦੀ ਕੋਸ਼ਿਸ਼ ਕਰਦਾ। ਚੁੱਲ੍ਹਾ ਬਲਦਾ ਹੋਏਗਾ, ਉੱਥੇ ਜਾ ਕੇ ਉਂਗਲ ਲਾਉਣ ਦੀ ਕੋਸ਼ਿਸ਼ ਕਰਦਾ। ਜੇ ਮਾਤਾ ਪਿਤਾ ਰੋਕਣ ਤੇ ਅੱਗੋਂ ਚੀਕਾਂ ਮਾਰਦਾ, ਨਹੀਂ ਤੇ ਥੱਪੜ ਮਾਰਦਾ, ਭਾਵੇਂ ਨਿੱਕਾ ਜਿਹਾ ਹੀ ਹੋਵੇ। ਇਸੇ ਤਰ੍ਹਾਂ ਬੱਚਾ ਬਿਜਲੀ ਦੇ ਪਲੱਗ ਦੇ ਵਿੱਚ, ਉੱਥੇ ਸ਼ੂ ਦੇ ਵਿੱਚ ਉਂਗਲ ਪਾਉਣ ਦੀ ਕੋਸ਼ਿਸ਼ ਕਰਦਾ। ਮਾਤਾ ਪਿਤਾ ਰੋਕਣ ਤੇ ਬੱਚਾ ਅੱਗੋਂ ਲੜਦਾ, ਮਾਰਦਾ। ਸੋ ਇਹ ਇੱਕ ਸੁਭਾਅ ਹੈ ਕਿ ਜੋ ਮੈਂ ਕਰਦਾ ਉਹ ਠੀਕ ਹੈ, ਜਿਹੜਾ ਮੈਨੂੰ ਰੋਕਣ ਵਾਲਾ ਉਹ ਕਿਉਂ ਰੋਕਦਾ। ਇਹ ਬੱਚੇ ਤੋਂ ਲੈ ਕੇ ਬੁੱਢੇ ਤੱਕ ਹੈ, ਕੋਈ ਇਸ ਗੱਲ ਤੋਂ ਬਚਿਆ ਨਹੀਂ ਹੈਗਾ। ਪਰ ਜੇ ਰੋਕਣ ਵਾਲਾ ਵੀ ਤੇ ਸੁਣਨ ਵਾਲਾ ਵੀ, ਜੇ ਦੋਵੇਂ ਸੰਭਲ ਜਾਣ, ਤਾਂ ਫਿਰ ਉਸ ਸੁਭਾਅ ਨੂੰ ਸੰਭਾਲ ਕੇ ਵਰਤੀਏ ਤਾਂ ਸਾਡਾ ਜੀਵਨ ਸੁਖੀ ਹੋ ਸਕਦਾ। ਕਿ ਜਿਹੜਾ ਮੈਨੂੰ ਦੱਸਦਾ ਪਿਆ ਉਹਦੀ ਗੱਲ ਠੀਕ ਵੀ ਹੋ ਸਕਦੀ ਹੈ, ਤੇ ਜ਼ਰੂਰੀ ਵੀ ਨਹੀਂ। ਇੱਥੇ ਆ ਕੇ ਬਹੁਤ ਭੇਦ ਕਰਨ ਦੀ ਲੋੜ ਹੈ ਕਿ ਜਿਹੜਾ ਮੈਨੂੰ ਗੱਲ ਦੱਸ ਰਿਹਾ, ਨੋਕਾ ਟੋਕੀ ਕਰ ਰਿਹਾ, ਮੇਰਾ ਕੋਈ ਹਿਤੂ ਹੈ, ਸੱਜਣ ਮਿੱਤਰ ਹੈ, ਮੈਨੂੰ ਚੰਗੀ ਸਲਾਹ ਦੇ ਰਿਹਾ, ਤੇ ਮੈਂ ਸੁਣ ਲਵਾਂ। ਤੇ ਜੇ ਕੋਈ ਹੈਗਾ ਹੀ ਸ਼ੈਤਾਨ ਦੀ ਟੂਟੀ ਹੈ, ਜਿਹੜਾ ਸਿਰਫ ਮੈਨੂੰ ਨੀਵਾਂ ਵਿਖਾਉਣ ਲਈ, ਮੇਰਾ ਮਖੌਲ ਉਡਾਉਣ ਲਈ, ਜਾਂ ਮੈਨੂੰ ਪੁੱਠੇ ਰਾਹ ਪਾਉਣ ਲਈ, ਮੇਰੇ ਤੋਂ ਗਲਤੀ ਕਰਵਾਉਣ ਲਈ ਕਰਵਾ ਲਿਆ, ਤਾਂ ਉਹਦੀ ਗੱਲ ਮੈਂ ਨਾ ਸੁਣਾ। ਉਹਨੂੰ ਭਾਵੇਂ ਕਹਿ ਦਿਆਂ ਕਿ ਤੂੰ ਕੌਣ ਹੈ ਮੈਨੂੰ ਦੱਸਣ ਵਾਲਾ, ਕੋਈ ਗੱਲ ਨਹੀਂ ਤੇ ਚੁੱਪ ਕਰਕੇ ਹੀ ਵਾਹਵਾ ਕੰਮ ਉਂਝ ਹੀ ਸਰੀ ਜਾਂਦਾ। ਸੋ ਇਸ ਚੀਜ਼ ਨੂੰ ਸਾਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਆਪਣੇ ਸੁਭਾਅ ਵਿੱਚ ਪਰਿਵਰਤਨ ਕਿਵੇਂ ਲਿਆਉਣਾ, ਤੇ ਉਹ ਪਰਿਵਰਤਨ ਲਿਆ ਕੇ ਜੀਵਨ ਸੁਖੀ ਕਰਨਾ। ਕਰਕੇ ਵੇਖੋ, ਇਹਦਾ ਕੋਈ ਬਹੁਤਾ ਨੁਕਸਾਨ ਨਹੀਂ ਹੋਣ ਲੱਗਾ। ਇੱਕ ਹੋਰ ਆਪ ਜੀ ਨੂੰ ਪ੍ਰਮਾਣ ਦੇਣਾ, ਆਪਾਂ ਜਿੰਨੇ ਇੱਥੇ ਬੈਠੇ ਹਾਂ ਬਹੁਤੇ ਖੇਤੀਬਾੜੀ ਨਾਲ ਸੰਬੰਧਿਤ ਹੀ ਹਾਂ। ਖੇਤੀ ਕਰਦੇ ਹਾਂ, ਸਾਡੇ ਨੌਕਰ ਭਈਏ ਆਦਿ ਜਿਹੜੇ ਨੇ ਜਾਂ ਸੀਰੀ ਨੇ, ਉਹ ਪਾਣੀ ਲਾਉਂਦੇ ਹੋਣ ਜਾਂ ਕੋਈ ਗੋਡੀ ਕਰਦੇ ਹੋਣ ਨਾ, ਜਦੋਂ ਮਾਲਕ ਕੋਲ ਜਾਂਦਾ ਤੇ ਮਾਲਕ ਜਾ ਕੇ ਤੇ ਉਹਦੀਆਂ ਗਲਤੀਆਂ ਕੱਢਣ ਲੱਗ ਪੈਂਦਾ। ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰ, ਇਸ ਤਰ੍ਹਾਂ ਨਹੀਂ, ਤੈਨੂੰ ਮੈਂ ਕਰਕੇ ਦੱਸਦਾ। ਹੁਣ ਹੁੰਦਾ ਕੀ ਹੈ ਕਿ
ਉਹ ਜਿਹੜਾ ਭਈਆ ਜਾਂ ਨੌਕਰ ਕੋਈ ਕੰਮ ਕਰਨ ਵਾਲਾ ਉਹਦਾ ਤਾਂ ਹਰ ਰੋਜ਼ ਦਾ ਅਭਿਆਸ ਹੈ, ਤੇ ਸਾਡਾ ਅਭਿਆਸ ਹੁੰਦਾ ਨਹੀਂ। ਅਸੀਂ ਤੇ ਟੀਵੀ ਵੇਖਣ ਦਾ ਇਹ ਅਭਿਆਸ ਕੀਤਾ ਹੁੰਦਾ ਨਾ, ਕਈ ਵਾਉਣ ਦਾ ਤਾਂ ਅਭਿਆਸ ਛੱਡੇ ਨੂੰ 50 ਸਾਲ ਹੋ ਗਏ। ਤੇ ਜਦੋਂ ਆਪਾਂ ਕਰਨ ਲੱਗਦੇ ਹਾਂ ਤੇ ਕੰਮ ਸਾਡੇ ਤੋਂ ਉਹਦੇ ਜਿਹਨੂੰ ਜਾਚ ਦੱਸਣ ਲੱਗਿਆ ਉਹਦੇ ਜਿੰਨਾ ਵੀ ਨਹੀਂ ਹੁੰਦਾ। ਆਪਣੇ ਪੈਰ ਤੇ ਕਈ ਮਾਰ ਲਈਦੀ ਹੈ। ਅੱਬਲ ਤੇ ਆਪਣੇ ਡੋਲਿਆਂ ਦੇ ਵਿੱਚ ਦਮ ਹੀ ਨਹੀਂ ਰਹਿ ਗਿਆ ਹੁੰਦਾ ਕਈ ਮਾਰਨ ਜੋਗਾ, ਏਡੇ ਸੋਲ ਹੋ ਗਏ ਆ। ਭਾਵ ਸਾਡੇ ਤੋਂ ਉਹ ਕੰਮ ਹੁੰਦਾ ਨਹੀਂ, ਤੇ ਫਿਰ ਅਸੀਂ ਸ਼ਰਮਿੰਦੇ ਜਿਹੇ ਹੁੰਦੇ ਹਾਂ। ਤੇ ਭਈਆ ਵਿਚਾਰਾ ਜਿਹੜਾ ਉਹ ਹੁਣ ਜੇ ਤੇ ਉਹ ਸਾਡੇ ਤੋਂ ਤਗੜਾ ਹੋਵੇ ਤੇ ਸਾਨੂੰ ਅੱਗੋਂ ਟੀਚਰ ਕਰੇ, ਹੁਣ ਵੇਖ ਲਈ, ਪਰ ਉਹ ਵਿਚਾਰਾ ਨੌਕਰ ਹੁੰਦਾ, ਉਹਨੇ ਕੀ ਬੋਲਣਾ ਹੁੰਦਾ ਮਾਲਕ ਅੱਗੇ। ਸੋ ਇਹ ਜਿਹੜੀ ਇੱਕ ਇਹ ਵੀ ਆਦਤ ਹੈ, ਇਹ ਵੀ ਬੜਾ ਤਗੜਾ ਨੁਕਸਾਨ ਕਰਦੀ ਹੈ ਕਿ ਬਿਨਾਂ ਸੋਚੇ ਸਮਝੇ ਤੋਂ ਅਸੀਂ ਕਿਸੇ ਨੂੰ ਦੱਸੀ ਜਾਣਾ, ਨੋਕਾ ਟੋਕੀ ਕਰੀ ਜਾਣੀ ਹੈ। ਇਹਦੇ ਨਾਲ ਬੜੇ ਸਿਆਪੇ ਪੈਂਦੇ ਨੇ, ਕਿਉਂਕਿ ਅਗਲਾ ਸੁਣਨ ਨੂੰ ਤਿਆਰ ਨਹੀਂ ਹੈਗਾ। ਜੇ ਤੇ ਉਹ ਸੁਣਨ ਨੂੰ ਤਿਆਰ ਹੋਵੇ ਫਿਰ ਠੀਕ ਹੈ, ਫਿਰ ਦੱਸਣ ਵਾਲਾ ਵੀ ਪ੍ਰੇਮ ਨਾਲ ਸਮਝਾਵੇ, ਔਰ ਸਮਝਾਉਣ ਦੇ ਵੀ ਢੰਗ ਨੇ। ਸੋ ਇਸ ਕਰਕੇ ਸਾਧ ਸੰਗਤ ਜੀ, ਗੁਰੂ ਚਰਨੀ ਲੱਗ ਕੇ ਕਲੇਸ਼ ਮਿਟਾਓ ਤੇ ਧਰਮੀ ਬਣ ਕੇ, ਧਰਮਾਤਮਾ ਬਣ ਕੇ ਸੁਖੀ ਹੋ ਜਾਓ। ਤੇ ਸੁਖੀ ਹੋਣ ਵਾਸਤੇ ਵਿਚਾਰਵਾਨ ਬਣਨ ਦੀ ਲੋੜ ਹੈ। ਵਿਚਾਰਵਾਨ ਬਣੋਗੇ ਤੇ ਦੂਸਰੇ ਦੇ ਸੁਭਾਅ ਨੂੰ ਵੀ ਸਮਝੋਗੇ। ਦੂਸਰੇ ਦੇ ਸੁਭਾਅ ਨੂੰ ਸਮਝੋਗੇ ਤੇ ਉਹਦੇ ਅਨੁਸਾਰ ਜਦੋਂ ਤੁਸੀਂ ਕਾਰਜ ਕਰੋਗੇ ਫਿਰ ਦੁੱਖ ਨਹੀਂ ਆਏਗਾ, ਫਿਰ ਕਲੇਸ਼ ਨਹੀਂ ਹੋਵੇਗਾ। ਕਰਕੇ ਵੇਖੋ। ਸੋ ਇਸੇ ਹੀ ਤਰ੍ਹਾਂ ਮੈਂ ਪਹਿਲੋਂ ਵੀ ਆਪ ਜੀ ਨੂੰ ਬੇਨਤੀ ਕੀਤੀ ਹੈ ਕਿ ਨਿੱਕੀਆਂ ਨਿੱਕੀਆਂ ਗੰਢਾਂ ਵੱਜਦੀਆਂ ਵੱਡੀਆਂ ਹੁੰਦੀਆਂ ਜਾਂਦੀਆਂ ਨੇ ਹੌਲੀ ਹੌਲੀ। ਫਿਰ ਉਹ ਏਡੀ ਪੀਡੀ ਗੰਢ ਹੋ ਜਾਂਦੀ ਹੈ ਕਿ ਉਹ ਖੁੱਲਦੀ ਨਹੀਂ। ਜਿਵੇਂ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਹੱਥਾਂ ਦੀਆਂ ਦਿੱਤੀਆਂ ਮੂੰਹਾਂ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਨੇ। ਮਤਲਬ ਜਿਹੜੀ ਗੰਢ ਪੀਡੀ ਹੋ ਜਾਵੇ ਨਾ, ਫਿਰ ਉਹ ਜਦੋਂ ਉਂਗਲਾਂ ਨਾਲ ਨਾ ਖੋਲੇ, ਫਿਰ ਪੁਰਾਣੇ ਲੋਕ ਉਹਨੂੰ ਦੰਦਾਂ ਨਾਲ ਖੋਲਦੇ ਸੀ, ਕਿਉਂਕਿ ਦੰਦ ਦੇ ਨਾਲ ਉਹਦੀ ਪਕੜ ਚੰਗੀ ਬਣ ਜਾਂਦੀ ਹੈ। ਫਿਰ ਉਹ ਦੰਦਾਂ ਨਾਲ ਖੋਲਣੀਆਂ ਪੈਂਦੀਆਂ। ਸੋ ਉਹ ਜਿਹੜੀਆਂ ਦੰਦਾਂ ਨਾਲ ਖੋਲਣੀਆਂ ਨੇ, ਉਹ ਕਿਉਂ ਆਪਾਂ ਦੰਦਾਂ ਨਾਲ ਖੋਲਣੀਆਂ ਨੇ? ਜਦੋਂ ਨਿੱਕੀ ਜੀ ਗੰਢ ਵੱਜਦੀ ਹੈ, ਭਾਵ ਸਾਡੇ ਮਨ ਦੇ ਵਿੱਚ ਕਿਸੇ ਪ੍ਰਤੀ ਕੋਈ ਥੋੜੀ ਜਿਹੀ ਨਫ਼ਰਤ ਜੰਮਦੀ ਹੈ, ਕੋਈ ਮਨ ਮੁਟਾਵ ਹੁੰਦਾ, ਉਹਨੂੰ ਉੱਥੇ ਹੀ ਬੈਠ ਕੇ ਨਿਵਰਤ ਕਰਨ ਦੀ ਕੋਸ਼ਿਸ਼ ਕਰੀਏ। ਪ੍ਰੇਮ ਨਾਲ ਪੁੱਛੀਏ ਨਾ ਕਿ ਦੱਸੋ ਜੀ ਭੈਣ ਜੀ, ਭਰਾ ਜੀ, ਪਤੀ ਜੀ, ਪਤਨੀ ਜੀ, ਇਹ ਗੱਲ ਹੈ ਤੇ ਇਹ ਗੱਲ ਤੁਸੀਂ ਆਖੀ ਹੈ, ਮੈਂ ਇਸ ਗੱਲ ਦਾ ਅਰਥ ਆ ਸਮਝਿਆ, ਤੇ ਤੇਰੇ ਮਨ ਚ ਕੀ ਹੈ ਤੇ ਮੇਰੇ ਮਨ ਚ ਕੀ ਹੈ, ਅਸਲੀ ਗੱਲ ਕੀ ਹੈਗੀ। 99% ਉੱਥੇ ਹੀ ਨਿਵਰਤੀ ਹੋ ਜਾਂਦੀ। ਕਰਕੇ ਵੇਖੋ। ਜੇ ਕੋਈ ਨੁਕਸਾਨ ਹੋਏਗਾ ਤਾਂ ਮੇਰੇ ਤੋਂ ਲੈ ਲਿਓ। ਕਿਸੇ ਨੂੰ ਪ੍ਰੇਮ ਨਾਲ ਗੱਲ ਪੁੱਛਿਆ, ਉਹਦੀ ਗੱਲ ਸਮਝਿਆ ਕਿ ਜੋ ਤੂੰ ਕਹਿ ਰਿਹਾ ਤੇਰੇ ਸ਼ਬਦਾਂ ਦਾ ਅਰਥ ਕੀ ਹੈ ਤੇ ਮੇਰੇ ਸ਼ਬਦਾਂ ਦਾ ਅਰਥ ਕੀ ਹੈ, ਤੇ ਮੈਂ ਤੇਰੇ ਸ਼ਬਦਾਂ ਦਾ ਅਰਥ ਸਮਝਿਆ ਕੀ ਆ, ਤੇ ਤੇਰੇ ਮਨ ਵਿੱਚ ਕੀ ਸੀ ਤੇ ਤੇਰੇ ਸ਼ਬਦਾਂ ਵਿੱਚ ਕੀ ਹੈ। ਜਦੋਂ ਇਹ ਅਰਥ ਸਮਝਣ ਲੱਗਾਂਗੇ ਤੇ ਬਹੁਤ ਭੁਲੇਖੇ ਨਿਕਲ ਜਾਣਗੇ। ਸਾਧ ਸੰਗਤ ਜੀ, ਤੁਸੀਂ ਮੇਰੀ ਬੇਨਤੀ ਨੂੰ ਵਿਚਾਰੋ ਕਿ ਬੜੀ ਵਾਰੀ ਜੋ ਆਪਾਂ ਕਹਿਣਾ ਚਾਹੁੰਦੇ ਆ ਉਹ ਸ਼ਬਦ ਸਾਡੇ ਤੋਂ ਨਹੀਂ ਬਣਦੇ। ਜੇ ਸ਼ਬਦ ਬਣ ਜਾਣ ਤੇ 2 ਸ਼ਬਦ ਅੱਗੇ ਪਿੱਛੇ ਹੋ ਗਏ ਤੇ ਉਹਨੇ ਨਾਲ ਹੀ ਉਹਦਾ ਤੱਤ ਬਦਲ ਜਾਂਦਾ। ਕਿਸੇ ਦੇ ਮੂੰਹ ਤੇ ਭੂੰਡ ਲੜ ਗਿਆ ਤੇ ਭੂੰਡ ਲੜੇ ਤੋਂ ਉਹਨੂੰ ਦੂਸਰੇ ਉਹਦੇ ਮਿੱਤਰ ਨੇ ਪੁੱਛਿਆ ਕਿ ਆ ਤੇਰੇ ਕੀ ਹੋਇਆ। ਉਹ ਕਹਿਣਾ ਤੇ ਇਹ ਚਾਹੀਦਾ ਸੀ ਕਿ ਤੇਰੇ ਚਿਹਰੇ ਤੇ ਸੋਜ ਹੋਈ ਹੈ, ਕਿਉਂ ਹੋਈ ਹੈ, ਕੀ ਹੋਈ ਹੈ। ਉਹਨੂੰ ਆਂਦਾ ਆ ਤੈਨੂੰ ਕੀ ਹੋਇਆ? ਉਹਦਾ ਮੈਨੂੰ ਕੁਛ ਨਹੀਂ ਹੋਇਆ। ਉਹਨੂੰ ਬੜਾ ਗੁੱਸਾ ਲੱਗਾ ਇਸ ਗੱਲ ਦਾ, ਕਿਉਂਕਿ ਕਹਿਣ ਵਾਲੇ ਤੋਂ ਸ਼ਬਦ ਨਹੀਂ ਬਣ ਪਾਏ। ਉਹ ਭਾਵ ਮਾੜਾ ਨਹੀਂ ਸੀ ਉਹਦਾ। ਸੋ ਇਸੇ ਤਰ੍ਹਾਂ ਇੱਕ ਮਾਤਾ ਨੇ ਆਪਣੇ ਬੱਚੇ ਨੂੰ ਥੱਪੜ ਮਾਰਿਆ ਜ਼ੋਰ ਦੀ, ਤੇ ਬੱਚਾ ਅੱਗੋਂ ਰੋਇਆ ਨਾ। ਇਹ ਮਾਂ ਦੀ, ਕਾਕਾ ਤੂੰ ਰੋਇਆ ਨਹੀਂ? ਉਹ ਕਹਿੰਦਾ ਬੇਬੇ ਮੈਨੂੰ ਪਹਿਲੋਂ ਇਹ ਦੱਸ ਵੀ ਤੂੰ ਗੁੱਸੇ ਨਾਲ ਮਾਰਿਆ ਕਿ ਪ੍ਰੇਮ ਨਾਲ?
ਆਂਦੀ ਕਿਉਂ, ਇਹਦਾ ਕੀ ਮਤਲਬ? ਅਖੇ ਜੇ ਗੁੱਸੇ ਨਾਲ ਮਾਰਿਆ ਤਾਂ ਮੈਂ ਰੋ ਪਾਵਾਂ, ਜੇ ਪਿਆਰ ਨਾਲ ਮਾਰਿਆ ਤਾਂ ਨਾ ਰੋਵਾਂ। ਦੇਖੋ ਵੱਜਾ ਥੱਪੜ ਹੀ ਹੈ, ਉਹਦੇ ਪਿੱਛੇ ਇੱਕ ਭਾਵਨਾ ਪਈ ਹੈ। ਤੇ ਬੱਚਾ ਵੀ ਜਿਹੜਾ ਉਹ ਵੀ ਕਿਸੇ ਵੇਲੇ ਇੰਨਾ ਸਿਆਣਾ ਹੁੰਦਾ ਕਿ ਉਹ ਆਪਣੀ ਮਾਂ ਦੀ ਭਾਵਨਾ ਜਾਣਨੀ ਚਾਹੁੰਦਾ ਕਿ ਮੇਰੀ ਮਾਂ ਨੇ ਮੈਨੂੰ ਥੱਪੜ ਕਿਉਂ ਮਾਰਿਆ ਸੀ। ਉਹ ਭਾਵਨਾ ਜਾਣਨੀ ਚਾਹੁੰਦਾ ਹੈ। ਉਹ ਜਿਹੜੀ ਭਾਵਨਾ ਹੈ, ਭਾਵਨਾ ਮਹਾਨ ਚੀਜ਼ ਹੈ, ਭਾਵਨਾ ਮਹਾਨ ਚੀਜ਼ ਹੈ, ਜਿਹਦੇ ਵਾਸਤੇ 10ਵੇਂ ਪਾਤਸ਼ਾਹ ਨੇ ਵੀ ਲਿਖਿਆ ਅਕਾਲ ਉਸਤਤ ਵਿੱਚ, ਭਾਵਨਾ ਵਿਹੀਨ ਕੈਸੇ ਕਰ ਤਰਤ ਹੈ। ਭਾਵਨਾ ਤੋਂ ਬਿਨਾਂ ਤੇਰਾ ਪਾਰ ਉਤਾਰਾ ਕਿਵੇਂ ਹੋਵੇਗਾ। ਭਾਈ ਗੁਰਦਾਸ ਜੀ ਵੀ ਲਿਖਿਆ, ਕੌਡੀ ਅਗਰ ਭਾਗ ਰਾਖੈ, ਭਾਵਨੀ ਭਗਤ ਭਾਏ, ਪ੍ਰੇਮਾ ਭਗਤੀ ਵਿੱਚ ਭਿੱਜ ਕੇ। ਜੇ ਗੁਰੂ ਦੇ ਅੱਗੇ ਕੌਡੀ ਭਾਵ, ਉਸ ਵੇਲੇ ਕੌਡੀਆਂ ਚੱਲਦੀਆਂ ਸੀ, ਇੱਕ ਛੋਟੀ ਤੋਂ ਛੋਟੀ ਵਸਤੂ ਵੀ ਗੁਰੂ ਦੇ ਅੱਗੇ ਰੱਖ ਦਿੰਦਾ। ਭਾਵਨਾ ਭਾਏ ਕੌਡੀ ਅਗਰ ਭਾਗ ਰਾਖੈ, ਤਾਹੇ ਸਤਿਗੁਰ ਸਰਬ ਨਿਧਾਨ ਦਾਨ ਦੇਤ ਹੈ। ਗੁਰੂ ਉਹਨੂੰ ਸਾਰੇ ਹੀ ਖਜ਼ਾਨੇ ਬਖਸ਼ ਦਿੰਦਾ। ਕਿਵੇਂ? ਜੇ ਉਹਦੀ ਭਾਵਨਾ ਹੋਵੇ, ਭਾਵਨਾ ਭਗਤ ਪਾਏ। ਜੇ ਉਹ ਪ੍ਰੇਮ ਦੇ ਵਿੱਚ ਭਿੱਜ ਕੇ ਆਪਣੇ ਗੁਰੂ ਨੂੰ ਪਰਮੇਸ਼ਰ ਦਾ ਰੂਪ ਜਾਣ ਕੇ ਉਹਦੇ ਅੱਗੇ ਛੋਟੀ ਤੋਂ ਛੋਟੀ ਵੀ ਚੀਜ਼ ਰੱਖਦਾ, ਤੇ ਗੁਰੂ ਉਹਨੂੰ ਸਾਰੇ ਖਜ਼ਾਨੇ ਦਿੰਦਾ, ਗੁਰੂ ਉਹਨੂੰ ਖੁਸ਼ੀਆਂ ਦਿੰਦਾ। ਗੁਰੂ ਦੀ ਖੁਸ਼ੀਆਂ ਦੇ ਨਾਲ ਸਾਰੇ ਹੀ ਖਜ਼ਾਨੇ ਨਹੀਂ, ਹਰ ਪ੍ਰਕਾਰ ਦੇ ਸੁੱਖ ਆ ਜਾਂਦੇ ਨੇ। ਜੇ ਖਜ਼ਾਨਿਆਂ ਦੀ ਗੱਲ ਕਰੀਏ, ਜਿਹੜਾ ਸਿੱਖ 10ਵੇਂ ਪਾਤਸ਼ਾਹ ਦੇ ਕੋਲ ਦਰਸ਼ਨ ਕਰਨ ਗਿਆ ਸੀ, ਸੱਚੇ ਪਾਤਸ਼ਾਹ ਹੁਕਮ ਕੀਤਾ ਤੈਨੂੰ ਗੁਰੂ ਦੀਆਂ ਖੁਸ਼ੀਆਂ, ਤੇ ਉਹਦੇ ਘਰ ਦੇ ਸਾਰੇ ਹੀ ਭਾਂਡੇ ਸੋਨੇ ਦੇ ਹੋ ਗਏ ਨਾ। ਜਦੋਂ ਉਹਨੇ ਗੁਰੂ ਦੀਆਂ ਖੁਸ਼ੀਆਂ ਵੇਚੀਆਂ ਤੇ ਉਹ ਫਿਰ ਤਾਂਬੇ ਦੇ ਹੋ ਗਏ। ਇਹ ਗੱਲ, ਇਹ ਬੜੇ ਪ੍ਰਤੱਖ ਪ੍ਰਮਾਣ ਨੇ, ਇਹ ਸਾਖੀਆਂ ਝੂਠ ਨਹੀਂ ਹੈਗੀਆਂ, ਅੱਖਰ ਅੱਖਰ ਸੱਚ ਨੇ। ਜੇ ਸਾਡੇ ਮੰਨਣ ਵਿੱਚ ਨਹੀਂ ਆਉਂਦੀਆਂ ਨਾ, ਤਾਂ ਇਹਦਾ ਮਤਲਬ ਹੈਗਾ ਕਿ ਸਾਡੀ ਬੁੱਧੀ ਕੰਮ ਨਹੀਂ ਕਰ ਰਹੀ, ਅਸੀਂ ਉੱਥੇ ਪਹੁੰਚ ਨਹੀਂ ਸਕਦੇ। ਜਿਵੇਂ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਹਿਮਾਲਿਆ ਦੀ ਚੋਟੀ ਤੇ ਪਹੁੰਚ ਕੇ ਕਿੰਨੀ ਠੰਡੀ ਹਵਾ ਹੁੰਦੀ ਹੈ, ਕਿੱਡੀ ਤਗੜੇ ਝੋਕੇ ਆਉਂਦੇ ਨੇ, ਹਨੇਰੀਆਂ ਆਉਂਦੀਆਂ ਨੇ, ਉੱਥੇ ਖੜੇ ਨਹੀਂ ਹੋਇਆ ਜਾਂਦਾ ਬਹੁਤਾ ਚਿਰ। ਇਸੇ ਤਰ੍ਹਾਂ ਇਹ ਵੀ ਨਹੀਂ ਸਮਝ ਆਉਂਦੀ। ਸੋ ਗੱਲ ਭਾਵਨਾ ਦੀ ਹੈ, ਔਰ ਫਿਰ ਭਾਵਨਾ ਨੂੰ ਤੁਸੀਂ ਪ੍ਰਗਟ ਕਿਵੇਂ ਕਰ ਸਕਦੇ ਹੋ, ਇਸ ਗੱਲ ਤੇ ਨਿਰਭਰ ਕਰਦਾ। ਔਰ ਤੁਹਾਡੀ ਭਾਵਨਾ ਪ੍ਰਗਟ ਕੀਤੀ ਹੋਈ ਨੂੰ ਅਗਲਾ ਕਿਵੇਂ ਲੈਂਦਾ। ਸੋ ਕਲੇਸ਼ ਮਿਟਾਉਣ ਵਾਸਤੇ ਇੱਕ ਦੂਸਰੇ ਦੇ ਸੁਭਾਅ ਨੂੰ ਜਾਣੀਏ, ਮਨੁੱਖੀ ਸੁਭਾਅ ਨੂੰ ਸਮਝਣ ਦੀ ਲੋੜ ਏ। ਤੇ ਜਿੱਥੇ ਵੀ ਕੋਈ ਫਰਕ ਜਾਪੇ, ਉੱਥੇ ਬੈਠ ਕੇ ਆਪਸ ਵਿੱਚ, ਜਦੋਂ ਕੋਈ ਗੱਲ ਦਾ ਭੁਲੇਖਾ ਲੱਗਦਾ, ਕੋਈ ਨਾਰਾਜ਼ਗੀ ਆਉਂਦੀ ਹੈ, ਪ੍ਰੇਮ ਨਾਲ ਬੈਠ ਕੇ ਉਸ ਗੱਲ ਨੂੰ ਵੇਰਵਾ ਕਰਕੇ ਨਿਪਟਾਉਣ ਦਾ ਯਤਨ ਕਰੀਏ। ਤੇ ਜੇ ਇੱਕ ਜਾਣਾ ਗੁੱਸੇ 'ਚ ਹੋਵੇ ਤੇ 15-20 ਮਿੰਟ ਠਹਿਰ ਕੇ ਕਰ ਲਓ, ਅੱਧੇ ਘੰਟੇ ਬਾਅਦ ਤਾਂ ਗੁੱਸਾ ਲੈਣਾ ਹੀ ਹੁੰਦਾ, ਕਿਉਂਕਿ ਗੁੱਸਾ ਬਹੁਤਾ ਚਿਰ ਨਹੀਂ ਰਹਿ ਸਕਦਾ। ਪ੍ਰੇਮ ਲੰਬਾ ਸਮਾਂ ਰਹਿ ਸਕਦਾ, ਗੁੱਸਾ ਨਹੀਂ ਰਹਿ ਸਕਦਾ। ਇਸ ਕਰਕੇ ਸਾਧ ਸੰਗਤ ਜੀ, ਧਰਮੀ ਬਣੋ, ਗੁਰੂ ਚਰਨੀ ਲੱਗ ਕੇ ਆਪਣਾ ਜੀਵਨ ਸੁਖੀ ਕਰੋ, ਅਤੇ ਕਾਲ ਕਲੇਸ਼ ਮਿਟਾਏ ਸਤਿਗੁਰ। ਇਹ ਕਰੋ, ਸਤਿਗੁਰੂ ਜੀ ਕਿਰਪਾ ਕਰਨ।